हाँ जी, ਆਪਾਂ ਚੈਪਟਰ ਨੰਬਰ 4 ਸਟਾਰਟ ਕਰਦੇ ਹਾਂ, ਇੰਡੀਆਜ਼ ਫੋਰਨ ਪਾਲਿਸੀ ਔਰ ਇੰਡੀਆਜ਼ ਐਕਸਟਰਨਲ ਰਿਲੇਸ਼ਨਸ। ਠੀਕ ਹੈ, ਤਾਂ ਪਹਿਲਾਂ ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਸਟੋਰੀ ਸਮਝਦੇ ਹਾਂ, ਤੁਹਾਨੂੰ ਉੱਥੋਂ ਕਾਫੀ ਕੁਝ ਕਲੀਅਰ ਹੋ ਜਾਊਗਾ। ਕੀ ਹੋ ਰਿਹਾ ਸੀ ਐਕਚੁਅਲੀ, ਵਰਲਡ ਵਾਰ 1 ਹੋਈ, ਫਿਰ ਉਸ ਤੋਂ ਬਾਅਦ ਵਰਲਡ ਵਾਰ 2 ਹੋਈ 1939 ਦੇ ਵਿੱਚ ਔਰ 45 ਦੇ ਵਿੱਚ ਖ਼ਤਮ ਹੋ ਗਈ। ਉਸ ਟਾਈਮ 'ਤੇ ਜਾਪਾਨ ਅਤੇ ਜਰਮਨੀ ਉਹਨਾਂ ਦੇ ਖਿਲਾਫ USA ਐਂਡ USSR ਇੱਕ ਸਾਈਡ ਤੋਂ ਲੜ ਰਹੇ ਸੀ। ਠੀਕ ਹੈ, ਐਸੇ ਫਰੈਂਡਸ ਕੀ ਹੁੰਦਾ ਜਦੋਂ ਜਾਪਾਨ ਸਰੈਂਡਰ ਕਰ ਦਿੰਦਾ 1945 ਦੇ ਵਿੱਚ, USA ਉੱਤੇ 2 ਬੰਬ ਕਰਾ ਦਿੰਦਾ, ਹੀਰੋਸ਼ੀਮਾ ਅਤੇ ਨਾਗਾਸਾਕੀ 2 ਸਿਟੀ ਸੀ। ਠੀਕ ਹੈ, ਆਪਾਂ ਨੂੰ ਪਤਾ ਅੱਜ ਵੀ ਉੱਥੇ ਬੱਚੇ ਪਾਹਜ ਪੈਦਾ ਹੁੰਦੇ ਨੇ। ਠੀਕ ਹੈ, ਇੰਨਾ ਪ੍ਰਕੋਪ ਸੀ। ਜਦੋਂ USA ਨੇ ਜੋ ਬੰਬ ਕਰਾਏ ਸੀ ਉਹ ਐਕਚੁਅਲੀ ਇਹਦੇ ਵਿੱਚ ਜਾਪਾਨ ਨੂੰ ਮਤਲਬ ਉਹਦੇ ਵਾਸਤੇ ਨਹੀਂ, ਕਿਉਂਕਿ ਉਹ ਤਾਂ ਪਹਿਲਾਂ ਸਰੈਂਡਰ ਕਰ ਚੁੱਕਾ ਸੀ, ਤਾਂ ਉਹਨੇ ਕਰਾਏ ਸੀ USSR ਨੂੰ ਦਿਖਾਉਣ ਦੀ ਖਾਤਰ ਕਿ ਅਸੀਂ ਸੁਪਰ ਪਾਵਰ ਬਣਨ ਦੀ ਰਾਹ 'ਤੇ ਹਾਂ। ਠੀਕ ਹੈ, ਕਿ ਇਸ ਤੋਂ ਬਾਅਦ ਅਸੀਂ ਰੂਲ ਕਰਨਾ। ਤਾਂ ਆਪਾਂ ਨੂੰ ਪਤਾ ਉਦੋਂ 2 ਹੀ ਬਲੋਕ ਸੀਗੇ। ਠੀਕ ਹੈ, ਮਤਲਬ 2 ਹੀ ਵੱਡੇ ਕੰਟਰੀਜ਼, USA ਸੀਗਾ ਅਤੇ USSR ਸੀਗਾ। ਤਾਂ ਇਸ ਤੋਂ ਬਾਅਦ ਕੀ ਹੁੰਦਾ, ਉਸ ਵਰਲਡ ਵਾਰ ਤੋਂ ਬਾਅਦ ਕੀ ਹੁੰਦਾ, ਕੋਲਡ ਵਾਰ ਐਰਾ ਸਟਾਰਟ ਹੋ ਜਾਂਦਾ। ਕਿਹਦੇ ਵਿੱਚ USA ਐਂਡ USSR ਕੀ ਕਰਦੇ ਆ, ਮਤਲਬ 2 ਗੁੱਟ ਬਣ ਜਾਂਦੇ ਆ। ਠੀਕ ਹੈ, ਦੋਨਾਂ ਦੀ ਅਲੱਗ-ਅਲੱਗ ਆਈਡੀਓਲੋਜੀ ਹੁੰਦੀ ਆ। ਇੱਥੇ ਉਹਨਾਂ ਦੀ ਆਈਡੀਓਲੋਜੀ ਦਾ ਕਲੈਸ਼ ਹੋਣ ਲੱਗ ਜਾਂਦਾ। ਆਈਡੀਓਲੋਜੀ ਮੀਨ ਵਿਚਾਰਧਾਰਾ। USA ਦੀ ਵਿਚਾਰਧਾਰਾ ਸੀ ਕੈਪੀਟਲਿਸਟ ਇਕੋਨਮੀ ਐਂਡ ਮਾਰਕੀਟ ਇਕੋਨਮੀ। ਠੀਕ ਹੈ, ਕਹਿੰਦੇ ਸੀ ਇੱਥੇ ਅਸੀਂ ਫਰੀਡਮ ਦਿੰਦੇ ਹਾਂ ਮਾਰਕੀਟਸ ਨੂੰ। ਠੀਕ ਹੈ, ਕੋਈ ਪ੍ਰਾਈਵੇਟ ਬੰਦਾ ਉਹ ਕੁਛ ਵੀ ਕਰ ਸਕਦਾ। ਅੱਜ ਆਪਣੇ ਸਾਹਮਣੇ ਐਗਜ਼ਾਮਪਲਸ ਨੇ, ਐਪਲ ਅਮੈਰੀਕਾ ਦਾ। ਠੀਕ ਹੈ, ਆਈਫੋਨ ਤੁਸੀਂ ਲਾ ਲਓ, ਗੂਗਲ ਲਾ ਲਓ, ਮਾਈਕਰੋਸਾਫਟ ਲਾ ਲਓ। ਠੀਕ ਹੈ, ਡੈਲ ਲਾ ਲਓ, ਫੋਰਡ। ਠੀਕ ਹੈ, ਕਿੰਨਾ ਕੁਛ ਅਮੈਰੀਕਾ ਤੋਂ ਨਿਕਲ ਕੇ ਆਇਆ, ਐਂਡ USSR ਤੋਂ ਨਥਿੰਗ ਮੱਚ, ਹੈ ਨਾ। ਤਾਂ ਬੇਸਿਕਲੀ ਕੀ ਹੋਇਆ ਕਿ ਜਿਹੜੀ USSR ਦੀ ਇਕੋਨਮੀ ਸੀ ਉਹ ਕਿਹੜੀ ਸੀ, ਸੋਸ਼ਲਿਸਟ ਇਕੋਨਮੀ। ਉਹ ਕਹਿੰਦੇ ਸੀ ਇਕੁਅਲਿਟੀ ਲੈ ਕੇ ਆਉਣੀ ਆ, ਸਾਰੇ ਲੋਕਾਂ ਨੂੰ ਬਰਾਬਰ ਦਾ ਕਰਨਾ। ਬਟ USA ਕੀ ਕਹਿੰਦਾ ਸੀ, ਸਾਡੀ ਮਾਰਕੀਟ ਇਕੋਨਮੀ ਆ। ਤਾਂ ਉੱਥੇ ਦੋਨਾਂ ਦਾ ਕਲੈਸ਼ ਹੋ ਗਿਆ। ਹੁਣ ਦੋਨਾਂ ਦੇ ਗੁੱਟ ਬਣ ਗਏ। ਠੀਕ ਹੈ, USA ਆਪਣੇ ਵੱਲ ਕੰਟਰੀਜ਼ ਨੂੰ ਖਿੱਚਣ ਲੱਗ ਗਿਆ। ਠੀਕ ਹੈ, USSR ਆਪਣੇ ਵੱਲ ਖਿੱਚਣ ਲੱਗ ਗਿਆ। ਤਾਂ ਉੱਥੇ ਬੇਸਿਕਲੀ 2 ਬਲੋਕ ਬਣ ਗਏ। ਹੁਣ ਵਾਰੀ ਆਉਣੀ ਸੀ ਇੰਡੀਆ ਦੀ, ਇੰਡੀਆ ਕਿੱਧਰ ਜਾਂਦਾ। ਠੀਕ ਹੈ, ਤਾਂ ਆਪਾਂ ਦੇਖਦੇ ਹਾਂ ਉੱਥੇ ਪੋਲਿਸੀ ਆਈ, ਮਤਲਬ ਇੰਡੀਆ ਨੇ ਪੋਲਿਸੀ ਪਰਸੂ ਕਰੀ, ਪੋਲਿਸੀ ਆਫ ਨੋਨ ਅਲਾਈਨਮੈਂਟ। ਠੀਕ ਹੈ, ਨੋਨ ਅਲਾਈਨਮੈਂਟ ਦਾ ਮੀਨਿੰਗ ਹੈਗਾ ਕਿ ਅਸੀਂ ਕਿਸੇ ਵੀ ਗੁੱਟ ਨਾਲ ਨਹੀਂ ਜਾਣਾ, ਨਾ ਇੱਧਰਲੇ ਬਲੋਕ ਨਾਲ ਜਾਣਾ, ਨਾ ਇੱਧਰਲੇ ਬਲੋਕ ਨਾਲ ਜਾਣਾ। ਅਸੀਂ ਇੰਡੀਪੈਂਡੈਂਟ ਰਹਾਂਗੇ, ਆਪਣੀ ਫੋਰਨ ਪੋਲਿਸੀ ਅਸੀਂ ਖੁਦ ਚਲਾਵਾਂਗੇ। ਠੀਕ ਹੈ, ਤਾਂ ਕਹਿੰਦੇ ਜਿਹੜਾ ਕੋਲਡ ਵਾਰ ਐਰਾ ਸੀ ਉਹਨੇ ਫਿਰ ਮਤਲਬ ਪੋਲੀਟੀਕਲ, ਇਕਨੋਮਿਕ ਐਂਡ ਮਿਲਟਰੀ ਕਨਫਰੰਟੇਸ਼ਨ ਉਹਦੇ ਵਿੱਚ ਹੋਈ। ਠੀਕ ਹੈ, ਗਲੋਬਲ ਲੈਵਲ 'ਤੇ 2 ਬਲੋਕ ਆਪਾਂ ਨੂੰ ਪਤਾ ਕਿਹੜੇ ਸੀ, US ਅਤੇ USSR। ਠੀਕ ਹੈ, ਦੋਨੋਂ ਸੁਪਰ ਪਾਵਰ ਬਣ ਕੇ ਉੱਭਰੇ। ਕਹਿੰਦੇ ਇਹਦੇ ਨਾਲ ਕੀ ਹੋਇਆ, ਫਿਰ ਇੰਡੀਆ ਵੀ ਆ ਗਿਆ। ਹੁਣ ਇੰਡੀਆ ਨੇ ਵੀ ਮਤਲਬ 1947 ਦੇ ਵਿੱਚ ਜਦੋਂ ਆਪਾਂ ਨੂੰ ਆਜ਼ਾਦੀ ਮਿਲਦੀ ਹੈ, ਇੰਡੀਆ ਨੇ ਆਪਣੀ ਫੋਰਨ ਪੋਲਿਸੀ ਕਿਸੇ ਤਰੀਕੇ ਨਾਲ ਚਲਾਉਣੀ ਸੀ। ਠੀਕ ਹੈ, ਹੁਣ ਜੇ ਇੰਡੀਆ ਇੱਕ ਗੁੱਟ ਕੰਨੀ ਜਾਂਦਾ ਤਾਂ ਦੂਜਾ ਗੁੱਟ ਨਾਰਾਜ਼ ਹੋ ਜਾਂਦਾ, ਦੂਜੇ ਕੰਨੀ ਜਾਂਦਾ ਦੂਜਾ ਨਾਰਾਜ਼ ਹੋ ਜਾਂਦਾ। ਤਾਂ ਇੰਡੀਆ ਨੇ ਫਿਰ ਇੱਥੇ ਦੇਖਿਆ ਵੀ ਸਾਡੇ ਲਈ ਬੈਸਟ ਕੀ ਰਹੂਗਾ, ਸਾਡਾ ਬੈਸਟ ਇੰਟਰਸਟ ਕਿਸ ਵਿੱਚ ਆ। ਠੀਕ ਹੈ, ਤਾਂ ਇੰਡੀਆ ਨੇ ਫਿਰ ਪੋਲਿਸੀ ਅਪਲਾਈ ਨੋਨ ਅਲਾਈਨਮੈਂਟ ਦੀ। ਠੀਕ ਹੈ, ਹੁਣ ਆਪਾਂ ਦੇਖਦੇ ਨਹਿਰੂਜ਼ ਰੋਲ। ਠੀਕ ਹੈ, ਨਹਿਰੂ ਦਾ ਕੀ ਰੋਲ ਰਿਹਾ ਇਹਦੇ ਵਿੱਚ। ਨਹਿਰੂ ਨੇ 1946 ਤੋਂ ਲੈ ਕੇ 1964 ਤੱਕ, ਮੀਨਸ ਕਿ 18 ਸਾਲ ਤੱਕ ਨਹਿਰੂ ਨੇ ਆਪਣੀ ਫੋਰਨ ਪੋਲਿਸੀ ਨਿਭਾਈ ਹੈ। ਠੀਕ ਹੈ, ਜੇ ਤੁਹਾਨੂੰ ਕੋਈ ਕੁਐਸਚਨ ਆਉਂਦਾ ਕਿ ਹੂ ਵਾਜ਼ ਦੀ ਲੌਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਆਫ ਇੰਡੀਆ, ਦੈਟ ਇਜ਼ ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਸਭ ਤੋਂ ਲੰਬਾ ਸਮਾਂ ਇਹਨਾਂ ਨੇ ਰੂਲ ਕੀਤਾ। ਇਹ ਤੋਂ ਬਾਅਦ ਫਿਰ ਨਹਿਰੂ ਦੀ ਜਿਹੜੀ ਪੋਲਿਸੀ ਸੀਗੀ, ਫੋਰਨ ਪੋਲਿਸੀ ਸੀਗੀ, ਉਹਦੇ 3 ਆਬਜੈਕਟਿਵ ਸੀਗੇ। ਠੀਕ ਹੈ, ਪਹਿਲਾ ਸੀਗਾ ਟੂ ਪ੍ਰੀਜ਼ਰਵ ਦੀ ਹਾਰਡ ਅਰਨਡ ਸੋਵਰੇਨਟੀ। ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਸੋਵਰਨ ਕੀ ਹੁੰਦਾ। ਠੀਕ ਹੈ, ਸੋਵਰਨ ਦਾ ਮੀਨਿੰਗ ਪਤਾ ਹੋਣਾ ਚਾਹੀਦਾ। ਸੋਵਰਨ ਕੀ ਹੁੰਦਾ ਕਿ ਅਸੀਂ ਆਪਣੀ ਫੋਰਨ ਪੋਲਿਸੀ ਖੁਦ ਚਲਾਵਾਂਗੇ, ਅਸੀਂ ਇੰਡੀਪੈਂਡੈਂਟ ਹਾਂ, ਸਾਡੇ 'ਤੇ ਕੋਈ ਬਾਹਰ ਵਾਲੀ ਅਥੋਰਿਟੀ ਸਾਨੂੰ ਮਤਲਬ ਫੋਰਸ ਨਹੀਂ ਕਰ ਸਕਦੀ ਅਸੀਂ ਕੀ ਡਿਸੀਜ਼ਨ ਲਈਏ। ਠੀਕ ਹੈ, ਕਹਿੰਦੇ ਅਸੀਂ ਇੰਡੀਪੈਂਡੈਂਟ ਹਾਂ, ਅਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਡਿਸੀਜ਼ਨ ਲੈ ਸਕਦੇ ਹਾਂ। ਰਾਈਟ, ਤਾਂ ਕਹਿੰਦੇ ਜਿਹੜੀ ਹਾਰਡ ਅਰਨਡ ਮੀਨਸ ਅਸੀਂ ਬਹੁਤ ਮੁਸ਼ਕਿਲ ਨਾਲ ਜਿਹੜੀ ਸੋਵਰੇਨਟੀ ਕਮਾਈ ਆ, ਆਜ਼ਾਦ ਹੋਏ ਹਾਂ ਬੜੀ ਮੁਸ਼ਕਿਲ ਨਾਲ। ਕਿੰਨਾ ਟਾਈਮ ਸਾਡੇ 'ਤੇ ਬ੍ਰਿਟਿਸ਼ ਨੇ ਰੂਲ ਕੀਤਾ, ਕਹਿੰਦੇ ਉਹਨੂੰ ਅਸੀਂ ਬਚਾ ਕੇ ਰੱਖਣਾ, ਪ੍ਰੀਜ਼ਰਵ ਕਰਕੇ ਰੱਖਣਾ। ਠੀਕ ਹੈ, ਦੂਜਾ ਕਹਿੰਦੇ ਪ੍ਰੋਟੈਕਟ ਟੈਰੀਟੋਰੀਅਲ ਇੰਟੀਗ੍ਰਿਟੀ, ਜਿਹੜੇ ਸਾਡੇ ਬਾਰਡਰਸ ਨੇ, ਜਿਹੜੀ ਸਾਡੀ ਟੈਰੀਟੋਰੀ ਆ। ਠੀਕ ਹੈ, ਉਹਨੂੰ ਅਸੀਂ ਬਚਾ ਕੇ ਰੱਖਣਾ, ਆਪਣੀ ਇੰਟੀਗ੍ਰੇਸ਼ਨ ਮਤਲਬ ਇੰਡੀਆ ਨੂੰ ਬਚਾ ਕੇ ਰੱਖਣਾ ਸੀ, ਕੋਈ ਅਟੈਕ ਨਾ ਕਰਦੇ। ਕੋਈ ਲਾਈਕ ਚਾਈਨਾ ਲਾਈ ਗਿਆ ਸੀ ਆਪਣਾ ਐਕਸਾਈਜ਼ ਚੇਨ ਵਾਲਾ ਪਾਰਟ ਲੈ ਗਿਆ ਸੀ, ਪਾਕਿਸਤਾਨ ਜਿਹੜਾ ਪੌਕ ਆਪਾਂ ਕਹਿੰਦੇ ਹਾਂ, ਪਾਕਿਸਤਾਨ ਆਕੂਪਾਈਡ ਕਸ਼ਮੀਰ ਹੋ ਗਿਆ। ਠੀਕ ਹੈ, ਉਹ ਵੀ ਪਾਕਿਸਤਾਨ ਦਾ। ਤਾਂ ਦੂਜਾ ਆਪਣਾ ਸੀਗਾ ਆਪਣੀ ਜਿਹੜੀ ਟੈਰੀਟੋਰੀਅਲ ਇੰਟੀਗ੍ਰਿਟੀ, ਆਪਣੇ ਬਾਰਡਰਸ ਉਹ ਬਚਾ ਕੇ ਰੱਖਣੇ, ਪ੍ਰੋਟੈਕਟ ਕਰਕੇ ਰੱਖਣੇ ਆ। ਅਤੇ ਤੀਜਾ ਮੀਨਿੰਗ ਸੀਗਾ ਮਤਲਬ ਆਬਜੈਕਟਿਵ ਸੀਗਾ ਪ੍ਰਮੋਟ ਰੈਪਿਡ ਇਕਨੋਮਿਕ ਡਿਵੈਲਪਮੈਂਟ, ਕਿ ਆਪਾਂ ਇਕਨੋਮਿਕ ਡਿਵੈਲਪਮੈਂਟ ਕਰਨਾ। ਆਪਾਂ ਨੂੰ ਪਤਾ ਜਦੋਂ ਆਜ਼ਾਦ ਹੋਏ ਸੀ ਕਿੰਨੀ ਗਰੀਬੀ ਸੀ ਇੰਡੀਆ ਦੇ ਵਿੱਚ, ਕਿੰਨੇ ਲੋਕ ਅਨਪੜ੍ਹ ਸੀ।
ਤਾਂ ਆਪਾਂ ਨੂੰ ਲੱਗਾ, ਨਹਿਰੂ ਨੂੰ ਲੱਗਾ ਕਿ ਆਪਾਂ ਇਕਨੋਮਿਕ ਡਿਵੈਲਪਮੈਂਟ ਕਾਫੀ ਫਾਸਟ ਕਰਨਾ ਪੈਣਾ, ਰੈਪਿਡ ਕਰਨਾ ਪੈਣਾ। ਠੀਕ ਹੈ, ਫਿਰ ਕੀ ਹੁੰਦਾ, ਕਹਿੰਦੇ ਡਿਸਪਾਈਟ ਦੀ ਫੈਕਟ ਮੈਨੀ ਲੀਡਰਸ ਫਰੋਮ ਇੰਡੀਆ ਵਾਂਟਡ ਇੰਡੀਆ ਟੂ ਫੋਲੋ ਏ ਪ੍ਰੋ ਯੂ ਐਸ ਫੋਰਨ ਪੋਲਿਸੀ। ਕਈ ਜਿਹੜੇ ਲੀਡਰ ਸੀ ਆਪਣੇ, ਠੀਕ ਹੈ, ਉਹ ਕਹਿੰਦੇ ਸੀ ਕਿ ਇੰਡੀਆ ਨੂੰ ਪ੍ਰੋ ਯੂ ਐਸ ਚਲਾ ਜਾਣਾ ਚਾਹੀਦਾ। ਠੀਕ ਹੈ, ਕਿਉਂਕਿ ਯੂ ਐਸ ਕਾਫੀ ਮਤਲਬ ਉੱਭਰ ਕੇ ਆ ਰਿਹਾ ਸੀਗਾ, ਸੁਪਰ ਪਾਵਰ ਬਣ ਗਿਆ ਸੀ। ਨਹਿਰੂ ਵਿਸ਼ ਟੂ ਅਚੀਵ ਹਿਸ ਆਬਜੈਕਟਿਵ ਫੋਰਨ ਪੋਲਿਸੀ ਥਰੂ ਦੀ ਸਟੱਡੀ ਆਫ ਨੋਨ ਅਲਾਈਨਮੈਂਟ। ਬਟ ਨਹਿਰੂ ਕੀ ਕਹਿੰਦਾ ਕਿ ਆਪਾਂ ਨੂੰ ਜੋ ਮਤਲਬ ਜਿਹੜੀ ਆਪਣੀ ਫੋਰਨ ਪੋਲਿਸੀ ਆ, ਆਪਾਂ ਉਹਨੂੰ ਨੋਨ ਅਲਾਈਨਮੈਂਟ ਦੇ ਸਟੱਡੀ ਨਾਲ ਚਲਾਵਾਂਗੇ। ਠੀਕ ਹੈ, ਆਪਾਂ ਕਿਸੇ ਬਲੋਕ ਵੱਲ ਨਹੀਂ ਜਾਂਦੇ, ਆਪਾਂ ਨਾ ਉਹਦੇ ਨਾਲ ਅਲਾਈਨ ਹੋਈਏ ਨਾ ਉਹਦੇ ਨਾਲ ਅਲਾਈਨ ਹੋਈਏ, ਆਪਾਂ ਇੰਡੀਪੈਂਡੈਂਟ ਰਹਾਂਗੇ। ਠੀਕ ਹੈ, ਤਾਂ ਫਿਰ ਅਗਲਾ ਆਉਂਦਾ ਡਿਸਟੈਂਸ ਫਰੋਮ ਟੂ ਕੈਂਪਸ। ਠੀਕ ਹੈ, ਇੰਡੀਆ ਨੇ ਕੀ ਕਰਿਆ, ਡਿਸਟੈਂਸ ਬਣਾ ਕੇ ਰੱਖਿਆ। ਠੀਕ ਹੈ, ਕਹਿੰਦੇ ਇੰਡੀਆ ਵਾਂਟਡ ਟੂ ਕੀਪ ਅਵੇ ਫਰੋਮ ਮਿਲਟਰੀ ਲਾਈਸੈਂਸ ਲੈਡ ਬਾਈ ਯੂ ਐਸ ਐਂਡ ਸੋਵੀਅਤ ਯੂਨੀਅਨ ਅਗੇਂਸਟ ਈਚ ਅਦਰ। The US was not happy about India's independent initiative the policy of non-alignment। ਠੀਕ ਹੈ, ਕਹਿੰਦੇ ਇੰਡੀਆ ਨੇ ਦੋਨਾਂ ਤੋਂ ਡਿਸਟੈਂਸ ਬਣਾ ਕੇ ਰੱਖਣਾ, ਨਾ ਉੱਧਰ ਗਿਆ ਨਾ ਉੱਧਰ ਗਿਆ। ਠੀਕ ਹੈ, ਕਹਿੰਦੇ ਪਰ ਜਿਹੜਾ ਯੂਐਸ ਸੀਗਾ ਉਹ ਹੈਪੀ ਨਹੀਂ ਸੀਗਾ। ਠੀਕ ਹੈ, ਕਿਹਦੇ ਨਾਲ, ਜਿਹੜੇ ਆਪਣੇ ਇੰਡੀਪੈਂਡੈਂਟ ਇਨੀਸ਼ੀਏਟਿਵ ਸੀ, ਕਹਿੰਦੇ ਇੰਡੀਆ ਨੂੰ ਜੁੜ ਜਾਣਾ ਚਾਹੀਦਾ ਕਿਸੇ ਬਲੋਕ ਨਾਲ, ਸਾਡੇ ਨਾਲ ਜੁੜ ਜਾਣਾ ਚਾਹੀਦਾ। ਠੀਕ ਹੈ, ਪਰ ਯੂਐਸ ਮਤਲਬ ਹੈਪੀ ਨਹੀਂ ਸੀਗਾ ਵੀ ਇੰਡੀਆ ਖੁਦ ਇੰਡੀਪੈਂਡੈਂਟ ਹੋ ਕੇ ਆਪਣੇ ਡਿਸੀਜ਼ਨ ਲੈ ਰਿਹਾ। ਠੀਕ ਹੈ, ਕਹਿੰਦੇ ਡਿਊਰਿੰਗ 1950s ਇੰਡੀਆ ਟੁੱਕ ਇੰਡੀਪੈਂਡੈਂਟ ਸਟੈਂਡ ਔਨ ਵੇਰੀਅਸ ਇੰਟਰਨੈਸ਼ਨਲ ਇਸ਼ੂਜ਼ ਐਂਡ ਕੁਡ ਗੈਟ ਏਡ ਐਂਡ ਅਸਿਸਟੈਂਟ ਫਰੋਮ ਮੈਂਬਰਸ ਆਫ ਬੋਥ ਪਾਵਰ ਬਲੋਕਸ। ਠੀਕ ਹੈ, ਕਹਿੰਦੇ ਕੀ ਹੁੰਦਾ 1950 ਦੌਰਾਨ ਕੀ ਹੁੰਦਾ, ਕਹਿੰਦੇ ਇੰਡੀਆ ਨੇ ਕਾਫੀ ਇੰਟਰਨੈਸ਼ਨਲ ਜਿਹੜੇ ਇਸ਼ੂਜ਼ ਹੁੰਦੇ ਉਹਨਾਂ 'ਤੇ ਆਪਣਾ ਸਟੈਂਡ ਲੈਂਦਾ। ਠੀਕ ਹੈ, ਆਪਣਾ ਪੱਖ ਰੱਖਦਾ। ਉਹਦੇ ਨਾਲ ਕੀ ਹੁੰਦਾ, ਇੰਡੀਆ ਦੋਨਾਂ ਸਾਈਡ ਤੋਂ, ਜਿਹੜੇ ਦੋਨੇ ਪਾਵਰ ਬਲੋਕ ਸੀ, ਦੋਨਾਂ ਤੋਂ ਅਸਿਸਟੈਂਟ ਲੈਂਦਾ, ਏਡ ਲੈਂਦਾ। ਠੀਕ ਹੈ, ਕਿਉਂਕਿ ਹੁਣ ਕੀ ਹੁੰਦਾ, ਮੰਨ ਲਓ ਹੁਣ ਇੰਡੀਆ ਦਾ ਵੀ ਉਦੋਂ ਕਾਫੀ ਰੁਤਬਾ ਸੀ, ਇੰਡੀਆ ਕਾਫੀ ਵੱਡਾ ਕੰਟਰੀ ਸੀਗਾ, ਤਾਂ ਯੂ ਐਸ ਵੀ ਚਾਹੁੰਦਾ ਸੀ ਸਾਡੇ ਨਾਲ ਲਾਈਨ ਹੋ ਜੇ, ਰਸ਼ੀਆ ਕਹਿੰਦਾ ਸੀ ਜਾਂ ਯੂ ਐਸ ਐਸ ਆਰ ਕਹਿੰਦਾ ਸਾਡੇ ਨਾਲ ਲਾਈਨ ਹੋ ਜੇ। ਠੀਕ ਹੈ, ਤਾਂ ਇੰਡੀਆ ਦੀ ਕਾਫੀ ਉਦੋਂ ਮਤਲਬ ਤੁਸੀਂ ਕਹਿ ਸਕਦੇ ਹੋ ਮਤਲਬ ਕਾਫੀ ਵੱਡਾ ਇੰਡੀਆ ਸੀਗਾ ਉਦੋਂ, ਹੈ ਨਾ। ਤਾਂ ਫਿਰ ਕੀ ਹੁੰਦਾ, India's independent stand and her growing relation with USSR hurt the sentiments of USA. Therefore, there was a considerable unease in the Indo-US relations during 1950s। ਠੀਕ ਹੈ, ਕਹਿੰਦੇ ਜਿਹੜਾ ਇੰਡੀਆ ਦਾ ਇੰਡੀਪੈਂਡੈਂਟ ਸਟੇਟ ਸੀਗਾ ਅਤੇ ਆਪਣੀ ਨਜ਼ਦੀਕੀਆਂ ਵੀ ਵੱਧ ਰਹੀਆਂ ਸੀ, ਕਿਹਦੇ ਨਾਲ, USSR ਨਾਲ ਵੱਧ ਰਹੀਆਂ ਸੀ। ਉਹਨੇ ਕੀਤਾ, USA ਨੂੰ ਹਰਟ ਕੀਤਾ, US ਦੀਆਂ ਭਾਵਨਾਵਾਂ ਸੈਂਟੀਮੈਂਟਸ ਉਹਨੂੰ ਕਾਫੀ ਹਰਟ ਕੀਤਾ। ਕਹਿੰਦੇ ਫਿਰ ਕੀ ਹੋ ਗਿਆ, ਇੰਡੋ US ਦੇ ਜਿਹੜੇ ਰਿਲੇਸ਼ਨ ਸੀ ਉਹ ਥੋੜ੍ਹੇ ਜਿਹੇ ਬੇਚੈਨੀ ਭਰੇ ਹੋ ਗਏ। ਠੀਕ ਹੈ, ਉਹਨਾਂ 'ਚ ਕਾਫੀ ਕੜਵਾਹਟ ਆ ਗਈ ਸੀ 1950 ਦੇ ਦੌਰਾਨ। ਠੀਕ ਹੈ, ਇਸ ਤੋਂ ਬਾਅਦ ਕੀ ਹੁੰਦਾ, ਫਿਰ ਐਪਰੇਸ਼ਨ ਯੂਨਿਟੀ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਅਫਰੀਕਾ ਅਤੇ ਏਸ਼ੀਅਨ ਜਿਹੜੇ ਨੇਸ਼ਨਸ ਹੁੰਦੇ ਨੇ ਕੰਟੀਨੈਂਟ ਦੇ, ਨਹਿਰੂ ਜੀ ਗੱਲ ਕਰਦੇ ਕਹਿੰਦੇ ਆਪਾਂ ਨੂੰ ਯੂਨੀਫਾਈ ਕਰੀਏ। ਠੀਕ ਹੈ, ਕਹਿੰਦੇ ਨਹਿਰੂ ਐਰਾ ਮਾਰਕ ਦੀ ਐਸਟੈਬਲਿਸ਼ਮੈਂਟ ਆਫ ਕੰਟੈਕਟਸ ਬਿਟਵੀਨ ਇੰਡੀਆ ਐਂਡ ਦੀ ਅਦਰ ਨਿਊਲੀ ਇੰਡੀਪੈਂਡੈਂਟ ਸਟੇਟਸ ਇਨ ਏਸ਼ੀਆ ਅਫਰੀਕਾ। ਠੀਕ ਹੈ, ਕੀ ਕਹਿੰਦੇ ਪੰਡਿਤ ਜਵਾਹਰ ਲਾਲ ਨਹਿਰੂ ਕੀ ਕਹਿੰਦੇ ਆ, ਕਹਿੰਦੇ ਜਿਹੜੀਆਂ ਸਟੇਟਸ ਆਪਣੇ ਏਸ਼ੀਆ ਅਤੇ ਅਫਰੀਕਾ ਦੇ ਵਿੱਚ, ਠੀਕ ਹੈ, ਉਹਨਾਂ ਦੇ ਵਿੱਚ ਕਹਿੰਦੇ ਆਪਾਂ ਕੰਟੈਕਟ ਵਧਾਉਣਾ। ਠੀਕ ਹੈ, ਫਿਰ ਕੀ ਹੁੰਦਾ, ਕੰਟੈਕਟ ਵਧਾਉਣ ਦੇ ਲਈ ਕੀ ਹੁੰਦਾ, ਇੰਡੀਆ, ਠੀਕ ਹੈ, ਕਨਵੀਨ ਕਰਦਾ, ਬੁਲਾਉਂਦਾ, ਕੀ ਬੁਲਾਉਂਦਾ, ਏਸ਼ੀਅਨ ਰਿਲੇਸ਼ਨ ਕਾਨਫਰੰਸ ਇਨ ਮਾਰਚ 1947। ਆਪਣੀ ਆਜ਼ਾਦੀ ਤੋਂ 5 ਮਹੀਨੇ ਪਹਿਲਾਂ ਆਪਾਂ ਕੀ ਆ, ਇੱਕ ਏਸ਼ੀਅਨ ਰਿਲੇਸ਼ਨ ਕਾਨਫਰੰਸ ਕਰਦੇ ਹਾਂ। ਠੀਕ ਹੈ, ਇਹਦੇ ਵਿੱਚ ਹੁਣ ਇੰਡੀਆ ਨੇ, ਤੁਹਾਡੇ ਤੋਂ ਪੁੱਛਿਆ ਜਾ ਸਕਦਾ ਇਹਦੇ ਵਿੱਚ ਇੰਡੀਆ ਨੇ ਕੀ ਸਟੈਂਡ ਲਿਆ, ਇਹ ਪ੍ਰੋ ਏਸ਼ੀਅਨ ਯੂਨਿਟੀ 'ਤੇ ਤੁਹਾਨੂੰ ਨੋਟ ਲਿਖਣ ਨੂੰ ਹੋ ਸਕਦਾ। ਇਹਦੇ ਵਿੱਚ ਆਪਾਂ ਮਤਲਬ ਕਿ ਜਿਹੜੇ ਆਬਜੈਕਟਿਵ ਸੀਗੇ ਕੀ ਸੀਗੇ, ਅਤੇ ਇੰਡੀਆ ਨੇ ਕੀ ਪਹਿਲਾ ਆਬਜੈਕਟਿਵ ਸੀਗਾ, ਇੰਡੀਆ ਸਪੋਰਟਡ ਦੀ ਪ੍ਰੋਸੈਸ ਆਫ ਡੀਕੋਲੋਨਾਈਜੇਸ਼ਨ ਐਂਡ ਅਪੋਜ਼ਡ ਰੇਸਿਜ਼ਮ ਸਪੈਸ਼ਲੀ ਅਪਾਰਟਡ ਇਨ ਸਾਊਥ ਅਫਰੀਕਾ। ਕਹਿੰਦੇ ਇੰਡੀਆ ਨੇ 2 ਮਤਲਬ ਸਟੈਂਡ ਲਏ। ਠੀਕ ਹੈ, ਕਿਹੜੇ ਕਿਹੜੇ, ਪਹਿਲਾ ਹੈਗਾ ਪ੍ਰੋਸੈਸ ਆਫ ਡੀਕੋਲੋਨਾਈਜੇਸ਼ਨ। ਹੁਣ ਆਪਾਂ ਨੂੰ ਪਤਾ, ਪਹਿਲਾਂ ਲਿਖੋ ਕਲੋਨੀ ਕੀ ਹੁੰਦੀ ਆ, ਜਿਵੇਂ ਇੰਡੀਆ ਸੀ ਬ੍ਰਿਟੇਨ ਦੀ ਇੱਕ ਕਲੋਨੀ ਸੀਗਾ ਨਾ, ਇੰਡੋਨੇਸ਼ੀਆ ਹੋ ਗਿਆ, ਠੀਕ ਹੈ, ਮਾਲਦੀਵਸ ਹੋ ਗਏ, ਕਲੋਨੀਆਂ ਸੀ ਉਹਨਾਂ ਦੀਆਂ, ਬ੍ਰਿਟੇਨ ਦੀਆਂ, ਉਹਨਾਂ ਨੇ ਆਪਣਾ ਕਲੋਨੀਆਂ ਬਣਾ ਕੇ ਰੱਖਿਆ ਸੀ। ਠੀਕ ਹੈ, ਆਪਣੇ ਤੋਂ ਮਨਮਰਜ਼ੀ ਦਾ ਉਹ ਵਪਾਰ ਮਤਲਬ ਕਰਦੇ ਸੀਗੇ। ਠੀਕ ਹੈ, ਆਪਣਾ ਪੈਸਾ ਮਤਲਬ ਸਾਰਾ ਕੁਛ, ਸੋਨਾ ਤੁਸੀਂ ਦੇਖ ਲਓ, ਸਾਰਾ ਕੁਛ ਆਪਣਾ ਲੈ ਗਏ ਸੀ। ਠੀਕ ਹੈ, ਤਾਂ ਕਹਿੰਦੇ ਕੀ ਹੁੰਦਾ, ਇੰਡੀਆ ਕਹਿੰਦਾ ਜਿਹੜੇ ਤੁਸੀਂ ਕੋਲੋਨਾਈਜੇਸ਼ਨ ਕਰੀਏ, ਸਾਨੂੰ ਕਲੋਨੀ ਬਣਾਇਆ, ਹੁਣ ਡੀਕੋਲੋਨਾਈਜੇਸ਼ਨ ਕਰਨ ਦਾ ਟਾਈਮ ਆ ਗਿਆ। ਜਿਹੜੀਆਂ ਕਲੋਨੀਆਂ ਤੋਂ ਤੁਸੀਂ ਇਲੀਗਲੀ ਕਬਜ਼ਾ ਕਰਕੇ ਰੱਖਿਆ ਉਹਨਾਂ ਨੂੰ ਛੱਡੋ, ਤੁਸੀਂ ਉਹਨਾਂ ਨੂੰ ਡੀਕੋਲੋਨਾਈਜ਼ ਕਰ ਦਿਓ। ਠੀਕ ਹੈ, ਮੀਨ ਜਿਨ੍ਹਾਂ 'ਤੇ ਵੀ ਤੁਹਾਡਾ ਅੱਜ ਰੂਲ ਹੈਗਾ ਉਹ ਤੁਸੀਂ ਰੂਲ ਛੱਡ ਦਿਓ, ਡੀਕੋਲੋਨਾਈਜ਼ ਕਰ ਦਿਓ। ਦੂਜਾ ਇੰਡੀਆ ਨੇ ਕੀਤਾ ਓਪੋਜ਼ਡ ਰੇਸਿਜ਼ਮ। ਠੀਕ ਹੈ, ਕਹਿੰਦੇ ਰੇਸਿਜ਼ਮ ਹੁੰਦਾ ਜਿਵੇਂ ਬਲੈਕ ਵਾਈਟ ਦੇ ਵਿੱਚ ਨਹੀਂ ਡਿਫਰੈਂਸ, ਆਪਾਂ ਸਾਊਥ ਅਫਰੀਕਾ ਦੇ ਵਿੱਚ ਪੜ੍ਹਿਆ ਸੀਗਾ ਕਿ ਸਾਊਥ ਅਫਰੀਕਾ ਦੇ ਵਿੱਚ ਕੀ ਹੁੰਦਾ, ਜਿਹੜੇ ਬਲੈਕਸ ਨੇ ਉਹਨਾਂ ਵਾਸਤੇ ਉਹਨਾਂ ਨੇ ਅਲੱਗ ਤੋਂ ਮਤਲਬ ਰੈਸਟੋਰੈਂਟ ਅਲੱਗ ਤੋਂ, ਉਹਨਾਂ ਵਾਸਤੇ ਪਬਲਿਕ ਟੈਂਕ ਹੋ ਗਿਆ, ਟੋਇਲਟਸ ਹੋ ਗਏ, ਸਾਰਾ ਕੁਛ ਅਲੱਗ ਤੋਂ ਹੁੰਦਾ। ਠੀਕ ਹੈ, ਤਾਂ ਕਿੰਨਾ ਉਹਨਾਂ 'ਤੇ ਰੇਸਿਜ਼ਮ ਵਧਿਆ ਹੋਇਆ ਸੀ। ਠੀਕ ਹੈ, ਇਹ ਸਿਸਟਮ ਵੈਸੇ ਅਪਾਰਥਾਈਡ ਕਹਿ ਦਿੰਦੇ ਆਪਾਂ ਸਾਊਥ ਅਫਰੀਕਾ ਦੇ ਵਿੱਚ। ਠੀਕ ਹੈ, ਬਲੈਕ ਐਂਡ ਵਾਈਟ ਵਾਲਾ।
ਅਗਲਾ ਹੈਗਾ ਦੀ ਐਫਰੋ-ਏਸ਼ੀਅਨ ਕਨਫਰੰਸ ਹੈਲਡ ਇਨ ਇੰਡੋਨੇਸ਼ੀਅਨ ਸਿਟੀ ਆਫ ਬੈਂਡੰਗ ਇਨ 1955 ਵਿਚ ਇਜ਼ ਨੋਨ ਐਜ਼ ਬੈਂਡੰਗ ਕਨਫਰੰਸ ਐਂਡ ਮਾਰਕ ਦੀ ਐਸਟੈਬਲਿਸ਼ਮੈਂਟ ਆਫ ਨਾਮ। ਠੀਕ ਹੈ, ਕਹਿੰਦੇ ਜਿਹੜੀ ਇਹ ਕਨਫਰੰਸ ਹੋਈ ਸੀ, ਤੁਸੀਂ ਯਾਦ ਰੱਖਣਾ 1 ਨੰਬਰ 'ਚ ਕੁਐਸਚਨ ਆ ਸਕਦਾ, ਇਹ ਕਿੱਥੇ ਹੋਈ ਸੀ? ਬੈਂਡੰਗ ਦੇ ਵਿੱਚ ਹੋਈ ਸੀ। ਕਿੱਥੇ? ਇਹ ਇੰਡੋਨੇਸ਼ੀਆ ਦਾ ਸਿਟੀ ਆ, ਇੰਡੋਨੇਸ਼ੀਆ ਦੇ ਵਿੱਚ ਪੈਂਦਾ। ਕਦੋਂ ਹੋਈ ਸੀ? 1955 ਦੇ ਵਿੱਚ ਹੋਈ ਸੀ। ਠੀਕ ਹੈ, ਔਰ ਇੱਥੋਂ ਕੀ ਹੋਇਆ ਸੀ? ਨਾਮ ਦੀ ਇਸਟੈਬਲਿਸ਼ਮੈਂਟ ਹੋ ਗਈ ਸੀ, ਨॉन ਅਲਾਈਨ ਮੂਵਮੈਂਟ ਦੀ ਇਸਟੈਬਲਿਸ਼ਮੈਂਟ ਇੱਥੋਂ ਹੋਈ ਆ। ਕਹਿੰਦੇ ਜਿਹੜਾ ਫਸਟ ਸਮਿਟ ਸੀਗਾ, ਜਿਹੜਾ ਪਹਿਲਾ ਸਮਾਰੋਹ ਸੀਗਾ, ਸੰਮੇਲਨ ਸੀਗਾ, ਉਹ ਕਿੱਥੇ ਹੈਲਡ ਹੋਇਆ, ਕਿੱਥੇ ਕੀਤਾ ਗਿਆ? ਬੈਲਗ੍ਰੇਡ, ਜਿਹੜਾ ਕਿ ਯੂਰਪ ਦੇ ਵਿੱਚ ਆ। ਠੀਕ ਹੈ, 1961 ਦੇ ਵਿੱਚ। ਇਹ ਵੀ ਤੁਸੀਂ ਧਿਆਨ ਰੱਖਣਾ। ਇੱਕ ਕਨਫਰੰਸ ਧਿਆਨ ਰੱਖਣੀ ਹੈ 1955, ਦੂਜਾ ਤੁਸੀਂ ਜਿਹੜਾ ਪਹਿਲਾ ਸਮਿਟ ਹੋਇਆ ਸੀ, ਸਮਾਰੋਹ ਹੋਇਆ ਸੀ, ਉਹ 1961 ਦੇ ਵਿੱਚ ਹੋਇਆ ਸੀ। ਠੀਕ ਹੈ, ਅੱਗੇ ਜੋ ਪੀਸ ਐਂਡ ਕਨਫਲਿਕਟ ਵਿਦ ਚਾਈਨਾ। ਹੁਣ ਇੱਥੇ ਕੀ ਹੁੰਦਾ, ਜਦੋਂ ਆਪਾਂ ਇੰਡੀਪੈਂਡੈਂਟ ਹੋਏ, ਠੀਕ ਹੈ, ਆਪਾਂ ਇਹ ਕਹਿ ਚਾਈਨਾ ਨਾਲ ਫਰੈਂਡਲੀ ਨੋਟ 'ਤੇ ਰਿਲੇਸ਼ਨਸ਼ਿਪ ਸਟਾਰਟ ਕਰੀ। ਆਪਾਂ ਇਹ ਕਹਿ ਚਾਈਨਾ ਦੇ ਵਿੱਚ ਕਮਿਊਨਿਸਟ ਪਾਰਟੀ ਸੀ, ਕਮਿਊਨਿਸਟ ਪਾਰਟੀ ਦੀ ਗੌਰਮੈਂਟ ਬਣ ਗਈ, ਆਪਾਂ ਰਿਕੋਗਨਾਈਜ਼ ਕਰ ਲਿਆ। ਠੀਕ ਹੈ, ਇੰਡੀਆ ਕਹਿੰਦਾ ਜੋ ਵੀ ਤੁਹਾਡੀ ਗੌਰਮੈਂਟ ਅਸੀਂ ਐਕਸੈਪਟ ਕਰਦੇ ਹਾਂ। ਠੀਕ ਹੈ, ਆਪਾਂ ਨੂੰ ਲੱਗਿਆ, ਕਿਉਂਕਿ ਨਹਿਰੂ ਨੂੰ ਉਸ ਟਾਈਮ 'ਤੇ ਲੱਗਿਆ ਸੀ ਕਿ ਹਾਂ ਕਾਫੀ ਆਪਾਂ ਮਤਲਬ ਫਰੈਂਡਲੀ ਲਵਾਂਗੇ, ਆਪਣੇ ਬਾਰਡਰ ਸ਼ੇਅਰ ਕਰਦੇ ਹਾਂ। ਠੀਕ ਹੈ, ਵਧੀਆ ਪੀਸ ਬਣਾ ਕੇ ਰੱਖਾਂਗੇ, ਬਟ ਹੋਇਆ ਬਿਲਕੁਲ ਉਲਟ। ਕਹਿੰਦੇ ਉਦੋਂ ਸਮ ਆਫ ਨਹਿਰੂ ਦੇ ਕੁਛ ਕਲੀਗ ਸੀਗੇ ਜਿਹੜੇ, ਠੀਕ ਹੈ, ਲਾਈਕ ਵੱਲਭ ਭਾਈ ਪਟੇਲ ਹੋ ਗਿਆ, ਠੀਕ ਹੈ, ਜਿਹੜੇ ਦੋਸਤ ਸੀਗੇ, ਕਹਿੰਦੇ ਉਹਨਾਂ ਨੇ ਬਰ ਵਰੀਡ ਅਬਾਊਟ ਦੀ ਪੋਸੀਬਲ ਚਾਈਨੀਜ਼ ਅਗਰੈਸ਼ਨ ਇਨ ਫਿਊਚਰ, ਬਟ ਨਹਿਰੂ ਥੋਟ ਇਟ ਵਾਜ਼ ਐਕਸੀਡਿੰਗਲੀ ਅਨਲਾਈਕਲੀ ਦੈਟ ਇੰਡੀਆ ਵਿਲ ਫੇਸ ਐਨ ਅਟੈਕ ਫਰੋਮ ਚਾਈਨਾ। ਕਹਿੰਦੇ ਜਿਹੜੇ ਵੱਲਭ ਭਾਈ ਪਟੇਲ ਵਰਗੇ ਸੀ, ਉਹਨਾਂ ਨੇ ਨਹਿਰੂ ਨੂੰ ਚਿਤਾਇਆ ਸੀਗਾ, ਕਿਹਾ ਸੀ, ਕਹਿੰਦੇ ਚਾਈਨਾ ਆਪਣੇ 'ਤੇ ਅਗਰੈਸ਼ਨ ਕਰ ਸਕਦਾ, ਅਟੈਕ ਕਰ ਸਕਦਾ, ਪਰ ਨਹਿਰੂ ਤਾਂ ਬਹੁਤ ਮਤਲਬ ਕਹਿੰਦਾ ਵਿਸ਼ਵਾਸ ਕਰਦਾ ਸੀ ਵੀ ਇਹੋ ਜਿਹਾ ਕੁਛ ਹੋ ਹੀ ਨਹੀਂ ਸਕਦਾ। ਠੀਕ ਹੈ, ਕਹਿੰਦੇ ਫਿਰ ਪੰਚਸ਼ੀਲ, ਠੀਕ ਹੈ, ਪੰਚਸ਼ੀਲ ਲਿਖਿਆ ਹੋਇਆ। ਪੰਚਸ਼ੀਲ ਦੀ 5 ਪ੍ਰਿੰਸੀਪਲ ਆਫ ਪੀਸਫੁਲ ਕੋਐਗਜ਼ਿਸਟੈਂਸ ਐਗਰੀਮੈਂਟ ਸਾਈਨਡ ਬਿਟਵੀਨ ਇੰਡੀਅਨ ਪ੍ਰਾਈਮ ਮਿਨਿਸਟਰ ਨਹਿਰੂ ਐਂਡ ਚਾਈਨੀਜ਼ ਪ੍ਰੀਮੀਅਰ ਝੋਊ ਐਨਲਾਈ ਔਨ 29 ਅਪ੍ਰੈਲ 1954 ਵਾਸ ਏ ਸਟੈਪ ਇਨ ਦੀ ਡਕਸ਼ਨ ਆਫ ਸਟਰੋਂਗਰ ਰਿਲੇਸ਼ਨਸ਼ਿਪ ਬਿਟਵੀਨ ਟੂ। ਹੁਣ ਦੇਖੋ, ਤੁਹਾਨੂੰ ਪਹਿਲਾ ਕੁਐਸਚਨ ਕੀ ਬਣੂਗਾ, ਪੰਚਸ਼ੀਲ ਕਿਹਦੇ ਵਿੱਚ ਸਾਈਨ ਹੋਇਆ? ਇੰਡੀਆ ਐਂਡ ਚਾਈਨਾ। ਠੀਕ ਹੈ, ਕੀ ਹੈ ਇਹ 5 ਪ੍ਰਿੰਸੀਪਲਸ ਨੇ, ਸਿਧਾਂਤ ਨੇ, 5 ਸਿਧਾਂਤ ਨੇ ਕਾਹਦੇ? ਪੀਸਫੁਲ ਕੋਐਗਜ਼ਿਸਟੈਂਸ ਮੀਨਸ ਆਪਾਂ ਪੀਸਫੁਲੀ ਰਹਿਣਾ, ਤੁਸੀਂ ਸਾਡੇ ਜਿਹੜੇ ਇੰਟਰਨਲ ਮੈਟਰ ਆ ਉਹਦੇ ਵਿੱਚ ਨਹੀਂ ਇੰਟਰਫੇਅਰ ਕਰਨਾ, ਅਸੀਂ ਤੁਹਾਡੇ ਵਿੱਚ ਨਹੀਂ ਕਰਾਂਗੇ। ਬਾਰਡਰ 'ਤੇ ਆਪਾਂ ਪੀਸ ਬਣਾ ਕੇ ਰੱਖਣੀ ਆ। ਠੀਕ ਹੈ, ਸ਼ਾਂਤੀ ਸਮਝੌਤਾ ਆਪਾਂ ਕਰਕੇ ਰੱਖਣਾ। ਇੱਦਾਂ ਦੇ ਉਹਨਾਂ ਨੇ ਮਿਊਚੁਅਲ ਕੋਆਪਰੇਸ਼ਨ ਹੋ ਗਿਆ, ਠੀਕ ਹੈ, ਆਪਸੀ ਮਤਲਬ ਸਹਿਚਾਰ ਹੋ ਗਿਆ। ਇੱਦਾਂ 5 ਸਿਧਾਂਤ ਸੀਗੇ ਇਹਦੇ ਵਿੱਚ, ਠੀਕ ਹੈ, ਜਿਹੜੇ 1954 ਦੇ ਵਿੱਚ ਸਾਈਨ ਕੀਤੇ ਗਏ ਸੀ ਦੋਨਾਂ ਦੇ ਵਿੱਚ। ਠੀਕ ਹੈ, ਉਦੋਂ ਬੇਸਿਕਲੀ ਨਾਰਾ ਵੀ ਲੱਗਿਆ ਸੀ ਹਿੰਦੀ ਚੀਨੀ ਭਾਈ ਭਾਈ। ਠੀਕ ਹੈ, ਪਰ ਆਪਾਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਚਾਈਨਾ ਜਦੋਂ ਆਪਣੇ 'ਤੇ ਇੱਕਦਮ ਹੀ ਅਟੈਕ ਕਰ ਦਿੰਦਾ 1962 ਦੇ ਵਿੱਚ। ਠੀਕ ਹੈ, ਹੁਣ ਕਹਿੰਦੇ ਤਿੱਬਤ ਦਾ ਕੇਸ ਆ ਗਿਆ। ਤਿੱਬਤ ਕੀ ਹੈ? ਤਿੱਬਤ ਮਤਲਬ ਜਿਹੜਾ ਹੈਗਾ ਆਪਣਾ ਇੰਡੀਆ ਅਤੇ ਚਾਈਨਾ ਦੇ ਵਿੱਚ ਇੱਕ ਰੀਜ਼ਨ ਸੀਗਾ। ਠੀਕ ਹੈ, ਇਹਨੂੰ ਕਹਿੰਦੇ ਆ ਮਤਲਬ ਸਭ ਤੋਂ ਮਾਊਂਟੇਨ ਰੂਫ ਆਫ ਦੀ ਵਰਲਡ, ਹੈ ਨਾ। ਕਹਿੰਦੇ ਸਭ ਤੋਂ ਉੱਚਾ ਦੇਸ਼ ਹੈ ਤਿੱਬਤ। ਠੀਕ ਹੈ, ਹੁਣ ਤਾਂ ਦੇਸ਼ ਨਹੀਂ ਰਿਹਾ, ਚਾਈਨਾ ਦੇ ਵਿੱਚ ਆ ਗਿਆ। ਠੀਕ ਹੈ, ਚਾਈਨਾ ਨੇ ਤਾਂ ਮਤਲਬ ਅਟੈਕ ਕਰਕੇ ਕਬਜ਼ਾ ਕਰ ਲਿਆ ਸੀ। ਠੀਕ ਹੈ, ਕਹਿੰਦੇ ਜਿਹੜਾ ਪੰਚਸ਼ੀਲ ਸੀਗਾ ਆਫਟਰ ਦੀ ਪੰਚਸ਼ੀਲ, ਹਾਂ ਪਹਿਲਾਂ ਦੇਖੋ ਤਿੱਬਤ ਕਹਿੰਦੇ ਜਦੋਂ ਵਿੱਚ ਸੀ ਤਿੱਬਤ, ਤਾਂ ਉਹ ਟੈਨਸ਼ਨ ਬਣਿਆ ਹੋਇਆ ਸੀ ਇੰਡੀਆ ਅਤੇ ਚਾਈਨਾ ਦੇ ਵਿੱਚ। ਠੀਕ ਹੈ, ਕਹਿੰਦੇ ਜਦੋਂ ਪੰਚਸ਼ੀਲ ਐਗਰੀਮੈਂਟ ਹੋ ਗਿਆ 1954 ਦੇ ਵਿੱਚ, ਇੰਡੀਆ ਕੰਸੀਡਰਡ ਚਾਈਨਾ ਐਜ਼ ਕਲੇਮ ਆਫ ਤਿੱਬਤ। ਆਪਣੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਆਪਾਂ ਮੰਨ ਲਿਆ ਕਿ ਹਾਂ ਤਿੱਬਤ ਤੁਹਾਡਾ। ਠੀਕ ਹੈ, ਇੰਡੀਆ ਨੇ ਜਿਹੜਾ ਐਗਰੀਮੈਂਟ ਕਰਿਆ ਸੀ 1954 ਦੇ ਵਿੱਚ ਪੰਚਸ਼ੀਲ ਵਾਲਾ, ਉਹਦੇ ਵਿੱਚ ਐਕਸੈਪਟ ਕਰ ਲਿਆ ਸੀ, ਕਹਿੰਦੇ ਠੀਕ ਹੈ ਤਿੱਬਤ ਤੁਹਾਡਾ, ਕੋਈ ਗੱਲ ਨਹੀਂ। ਠੀਕ ਹੈ, ਕਹਿੰਦੇ ਫਿਰ 1959 ਦੇ ਵਿੱਚ ਕੀ ਹੋਇਆ, ਜਿਹੜਾ ਤਿੱਬਤੀਅਨ ਸਪਿਰਿਚੁਅਲ ਲੀਡਰ ਸੀ ਦਲਾਈ ਲਾਮਾ, ਉਹਨੂੰ ਅਸਾਈਲਮ ਦਿੱਤਾ ਇੰਡੀਆ ਨੇ। ਠੀਕ ਹੈ, ਵਿੱਚ ਵਰਸਨ ਦੀ ਰਿਲੇਸ਼ਨ ਬਿਟਵੀਨ ਬੋਥ ਦੀ ਕੰਟਰੀਜ਼। ਹੁਣ 1959 ਦੇ ਵਿੱਚ ਕੀ ਹੁੰਦਾ, ਜਿਹੜਾ ਬੁੱਧਿਜ਼ਮ ਦਾ ਜਿਹੜਾ ਸਪਿਰਿਚੁਅਲ ਗੁਰੂ ਹੁੰਦਾ, ਜਿਹਨੂੰ ਬੁੱਧ ਮਤਲਬ ਧਰਮ ਦੇ ਲੋਕ ਮੰਨਦੇ ਨੇ, ਠੀਕ ਹੈ, ਦਲਾਈ ਲਾਮਾ। ਠੀਕ ਹੈ, ਉਹ ਭੱਜ ਕੇ ਇੰਡੀਆ ਆ ਗਿਆ। ਕਿਉਂ? ਕਿਉਂਕਿ ਉੱਥੇ ਉਹਨੂੰ ਮਾਰ ਦੇਣਾ ਸੀ ਉਹਨਾਂ ਨੇ। ਠੀਕ ਹੈ, ਕਾਫੀ ਉਹਦੇ ਪਿੱਛੇ ਪਏ, ਕਿਉਂਕਿ ਤਿੱਬਤ ਨੂੰ ਆਜ਼ਾਦ ਕਰਵਾਉਣਾ ਚਾਹੁੰਦਾ ਸੀ, ਪਰ ਉਹਨਾਂ ਨੇ ਤਿੱਬਤ 'ਤੇ ਕਬਜ਼ਾ ਕਰ ਲਿਆ ਸੀ। ਤਾਂ ਫਿਰ ਜਦੋਂ ਇੰਡੀਆ 'ਚ ਆਉਂਦਾ ਤਾਂ ਚਾਈਨਾ ਵਾਲੇ ਕਹਿੰਦੇ ਤੁਸੀਂ ਕਿਉਂ ਸ਼ਰਨ ਦਿੱਤੀ, ਇਹਨੂੰ ਵਾਪਿਸ ਭੇਜੋ। ਅਤੇ ਆਪਾਂ ਤਾਂ ਇਹ ਨਹੀਂ ਕਰ ਸਕਦੇ। ਠੀਕ ਹੈ, ਆਪਾਂ ਕਿਸੇ ਬੰਦੇ ਨੂੰ ਕਿਵੇਂ ਭੇਜ ਸਕਦੇ ਜਿੱਥੇ ਉਹਨੂੰ ਮਾਰ ਦਿੱਤਾ ਜਾਊਗਾ। ਤਾਂ ਇੰਡੀਆ ਨੇ ਮਤਲਬ ਨਹੀਂ ਉਹਨੂੰ ਵਾਪਿਸ ਭੇਜਿਆ, ਉਹਦੇ ਨਾਲ ਵੀ ਰਿਲੇਸ਼ਨ ਆਪਣੇ ਖਰਾਬ ਹੋ ਗਏ। ਠੀਕ ਹੈ, ਫਿਰ ਹੁਣ ਅੱਗੇ ਆ ਜੋ ਚਾਈਨੀਜ਼ ਇਨਵੇਜਨ ਆਫ 1962। ਫਿਰ ਕੀ ਹੁੰਦਾ 1962 ਦੇ ਵਿੱਚ, ਚਾਈਨਾ ਜਦੋਂ ਪਹਿਲਾ ਕੁਐਸਚਨ ਤੁਹਾਡਾ ਇੱਥੇ ਦੇਖੋ, ਚਾਈਨਾ ਨੇ ਤਿੱਬਤ 'ਤੇ ਕਬਜ਼ਾ ਕਦੋਂ ਕੀਤਾ? 1950। ਠੀਕ ਹੈ, ਅਤੇ ਉਹਦੇ ਨਾਲ ਕੀ ਹੋ ਗਿਆ, ਜਿਹੜਾ ਹਿਸਟੋਰੀਕਲ ਬਫਰ ਸੀਗਾ, ਮਤਲਬ ਬਾਉਂਡਰੀ ਸੀਗੀ ਆਪਣੀ ਦੋ ਕੰਟਰੀ ਦੇ ਵਿੱਚ। ਦੇਖੋ ਤਿੱਬਤ ਸੀਗਾ ਇੰਡੀਆ ਅਤੇ ਚਾਈਨਾ ਦੇ ਵਿੱਚ, ਚਾਈਨਾ ਉੱਪਰ ਸੀ, ਫਿਰ ਥੱਲੇ ਤਿੱਬਤ ਸੀ, ਫਿਰ ਥੱਲੇ ਇੰਡੀਆ ਸੀ। ਪਰ ਜਦੋਂ ਉਹਨਾਂ ਨੇ ਤਿੱਬਤ 'ਤੇ ਕਬਜ਼ਾ ਕਰ ਲਿਆ, ਜਿਹੜਾ ਬਫਰ ਸੀਗਾ ਵਿੱਚ ਹਿਸਟੋਰੀਕਲ ਬਫਰ ਸੀਗਾ, ਉਹ ਖਤਮ ਹੋ ਗਿਆ। ਹੁਣ ਚਾਈਨਾ ਆਪਣੇ ਬਾਰਡਰ 'ਤੇ ਆ ਗਿਆ ਜਮਾ ਤਿੱਬਤ 'ਤੇ ਕਬਜ਼ਾ ਕਰਕੇ। ਦੀ ਇਸ਼ੂ ਆਫ ਦਲਾਈ ਲਾਮਾ ਐਡਡ ਫਿਊਲ ਟੂ ਦੀ ਫਾਇਰ। ਕਹਿੰਦੇ ਜਿਹੜਾ ਉੱਪਰੋਂ ਦਲਾਈ ਲਾਮਾ ਦਾ ਇਸ਼ੂ ਸੀਗਾ, ਉਹ ਭੱਜ ਕੇ ਇੰਡੀਆ 'ਚ ਆ ਗਿਆ ਸੀ, ਉਹਨੇ ਕਹਿੰਦੇ ਬਲਦੀ 'ਤੇ ਅੱਗ ਪਾਤਾ।
ਅੱਗ ਹੈ ਨਾ, ਮਤਲਬ ਅੱਗ 'ਤੇ ਤੇਲ ਪਾਤਾ ਹੈ ਨਾ, ਤਾਂ ਉਹਦੇ ਨਾਲ ਕੀ ਹੋ ਗਿਆ, ਹੋਰ ਵੀ ਮਤਲਬ ਚਾਈਨਾ ਮਤਲਬ ਅਗਰੈਸ਼ਨ ਦੇ ਵਿੱਚ ਆ ਗਿਆ। ਠੀਕ ਹੈ, ਕਿ ਤੁਸੀਂ ਦਲਾਈ ਲਾਮਾ ਨੂੰ ਸ਼ਰਨ ਕਿਉਂ ਦਿੱਤੀ ਆ। ਠੀਕ ਹੈ, ਕਹਿੰਦੇ ਚਾਈਨਾ ਕਲੇਮਡ 2 ਏਰੀਆਜ਼ ਵਿਦਨ ਦੀ ਇੰਡੀਅਨ ਟੈਰੀਟਰੀ ਐਕਸਾਈਚਨ ਏਰੀਆ ਇਨ ਲੱਦਾਖ ਰੀਜਨ ਆਫ ਜੰਮੂ ਕਸ਼ਮੀਰ ਐਂਡ ਦੀ ਸਟੇਟ ਆਫ ਅਰੁਣਾਚਲ ਪ੍ਰਦੇਸ਼ ਇਨ ਨਾਰਥ ਈਸਟਰਨ ਫਰੰਟੀਅਰ ਏਜੰਸੀ। ਕਹਿੰਦੇ ਚਾਈਨਾ ਨੇ ਕਲੇਮ ਕਰਦਾ, ਦਾਅਵਾ ਕਰਦਾ ਸੀ ਚਾਈਨਾ ਕੀ, ਤੇ ਕਹਿੰਦਾ ਜਿਹੜਾ ਐਕਸਾਈਚਨ ਰੀਜਨਲ ਲੱਦਾਖ ਦੇ ਵਿੱਚ ਉਹ ਵੀ ਸਾਡਾ, ਕਹਿੰਦਾ, ਅਤੇ ਜਿਹੜਾ ਤੁਸੀਂ ਅਰੁਣਾਚਲ ਪ੍ਰਦੇਸ਼ ਕਹਿੰਦੇ ਹੋ ਨਾਰਥ ਈਸਟ ਫਰੰਟੀਅਰ ਏਜੰਸੀ ਕਹਿੰਦੇ ਸੀ ਉਹਨੂੰ। ਠੀਕ ਹੈ, ਕਹਿੰਦੇ ਉਹ ਵੀ ਸਾਡਾ। ਠੀਕ ਹੈ, ਫਿਰ ਚਾਈਨਾ ਲੌਂਚ ਏ ਸਵਿਫਟ ਐਂਡ ਮੈਸਿਵ ਇਨਵੇਜਨ ਇਨ ਅਕਤੂਬਰ 1962 ਔਨ ਬੋਥ ਦੀ ਡਿਸਪਿਊਟਡ ਏਰੀਆ। ਚਾਈਨਾ ਨੇ ਫਿਰ ਕੀ ਕਰਿਆ, ਬੜੀ ਤੇਜ਼ੀ ਨਾਲ ਸਵਿਫਟਲੀ ਉਹਨੇ ਕੀ ਕਰਿਆ, ਅਟੈਕ ਕਰਤਾ। ਠੀਕ ਹੈ, 1962 ਦੇ ਵਿੱਚ ਕਿੱਥੇ ਅਟੈਕ ਕਰਤਾ, ਅਰੁਣਾਚਲ ਪ੍ਰਦੇਸ਼ ਐਂਡ ਜੰਮੂ ਕਸ਼ਮੀਰ ਦੇ ਵਿੱਚ, ਜਿਹੜਾ ਆਪਣਾ ਰੀਜਨ ਸੀਗਾ ਐਕਸਾਈਚਨ ਵਾਲਾ। ਠੀਕ ਹੈ, ਦੀ ਚਾਈਨਾ ਵਾਰ ਟੈਂਟਡ ਇੰਡੀਆਜ਼ ਮੇਜ਼ ਐਟ ਹੋਮ ਐਂਡ ਅਬਰੋਡ। ਕਹਿੰਦੇ ਜਿਹੜਾ ਚਾਈਨਾ ਨੇ ਮਤਲਬ ਵਾਰ ਕੀਤਾ ਸੀਗਾ, ਜਿਹੜੀ ਮਤਲਬ ਅਟੈਕ ਕਰਤਾ ਸੀ, ਉਹਨੇ ਇੰਡੀਆ ਦੀ ਇਮੇਜ ਨੂੰ ਬਹੁਤ ਹੀ ਮਤਲਬ ਕਿ ਤੁਸੀਂ ਦੇਖ ਲਓ ਤਾਰ ਕਰਤਾ। ਠੀਕ ਹੈ, ਆਪਣੇ ਇੰਡੀਆ ਦੇ ਵਿੱਚ ਵੀ ਅਤੇ ਬਾਹਰ ਵੀ। ਠੀਕ ਹੈ, ਇੰਡੀਆ ਦੀ ਬਹੁਤ ਹੀ ਮਤਲਬ ਕਿ ਤੁਸੀਂ ਇਹ ਕਹਿ ਲਓ ਵੀ ਕਿ ਰੈਪੂਟੇਸ਼ਨ ਗਿਰ ਗਈ ਸੀ। ਠੀਕ ਹੈ, ਕਿ ਚਾਈਨਾ ਨੇ ਤੁਹਾਡੇ 'ਤੇ ਅਟੈਕ ਕਰਤਾ। ਆਪਣੀ ਗੱਲ ਕਰੀਏ ਇੰਡੀਆ ਦੇ ਵਿੱਚ ਤਾਂ ਉਦੋਂ ਨਹਿਰੂ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਗਿਆ ਸੀ। ਕਹਿੰਦੇ ਨਹਿਰੂ ਨੂੰ ਹਟਾਓ ਸਰਕਾਰ 'ਚੋਂ ਪਹਿਲੀ ਵਾਰ। ਠੀਕ ਹੈ, ਕਿਉਂਕਿ ਉਦੋਂ ਤੁਹਾਨੂੰ ਪਤਾ, ਆਪਾਂ ਦੇਖਿਆ ਸੀ ਵੱਲਭ ਭਾਈ ਪਟੇਲ ਵਰਗੇ ਨੇ ਸਮਝਾਇਆ ਸੀ ਕਿ ਆਪਣੇ 'ਤੇ ਕਦੋਂ ਵੀ ਅਟੈਕ ਹੋ ਸਕਦਾ ਚਾਈਨਾ ਵੱਲੋਂ, ਬਟ ਨਹਿਰੂ ਨੇ ਨਹੀਂ ਸਮਝਿਆ। ਠੀਕ ਹੈ, ਫਿਰ ਕਹਿੰਦੇ ਦੀ ਸਾਈਨੋ ਇੰਡੀਅਨ ਕਨਫਲਿਕਟ ਐਂਡ ਗਰੋਇੰਗ ਰਿਫਟ ਬਿਟਵੀਨ ਚਾਈਨਾ ਐਂਡ ਦੀ ਸੋਵੀਅਤ ਯੂਨੀਅਨ ਕ੍ਰੀਏਟਡ ਇਰਰੀਕਨਸਾਈਲੇਬਲ ਡਿਫਰੈਂਸਿਸ ਵਿਦਿਨ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ। ਠੀਕ ਹੈ, ਕਹਿੰਦੇ ਜਿਹੜਾ ਸਾਈਨੋ ਕਹਿੰਦੇ ਚਾਈਨਾ ਨੂੰ। ਠੀਕ ਹੈ, ਚਾਈਨਾ ਇੰਡੀਆ ਦਾ ਜਿਹੜਾ ਕਨਫਲਿਕਟ ਸੀਗਾ, ਅਤੇ ਜਿਹੜੀ ਇਹਨਾਂ 'ਚ ਰਿਫਟ ਵੱਧਦੀ ਗਈ, ਜਿਹੜੀ ਦਰਾੜ ਸੀ ਇਹਨਾਂ ਦੇ ਵਿੱਚ, ਮਤਲਬ ਕਿ ਚਾਈਨਾ ਅਤੇ ਸੋਵੀਅਤ ਯੂਨੀਅਨ, ਇਹਨੇ ਕੀ ਕੀਤਾ, ਕਹਿੰਦੇ ਇਹੋ ਜਿਹੇ ਡਿਫਰੈਂਸਿਸ ਪੈਦਾ ਕਰਤੇ ਜਿਹੜੇ ਮੁੜ ਕੇ ਮਤਲਬ ਕਿ ਆਪਾਂ ਰੀਕਨਸਾਈਲ ਹੀ ਨਹੀਂ ਕਰ ਪਾਏ। ਠੀਕ ਹੈ, ਜਿਹੜੇ ਮੁੜ ਕੇ ਆਪਾਂ ਭਰ ਹੀ ਨਹੀਂ ਪਾਏ। ਠੀਕ ਹੈ, ਕਹਿੰਦੇ ਜਿਹੜੀ ਪ੍ਰੋ USSR ਫੈਕਸ਼ਨ ਸੀਗਾ ਉਹ ਤਾਂ ਵਿਦਿਨ ਦੀ CPI ਰਿਹਾ। ਠੀਕ ਹੈ, ਕਹਿੰਦੇ ਐਂਡ ਮੂਵਡ ਟੂਵਰਡਸ ਕਲੋਜ਼ਰ ਟਾਈਸ ਵਿਦ ਦੀ ਕਾਂਗਰਸ। ਠੀਕ ਹੈ, ਅਤੇ ਉਹ ਕੀ ਕਰ ਗਿਆ, ਜਿਹੜਾ ਕਾਂਗਰਸ ਸੀਗਾ, ਠੀਕ ਹੈ, ਉੱਧਰ ਨੂੰ ਤੁਰ ਗਿਆ। ਜਿਹੜਾ ਪ੍ਰੋ USSR ਫੈਕਸ਼ਨ ਸੀਗਾ, ਠੀਕ ਹੈ, ਉਹ ਤਾਂ CPI ਦੇ ਮਤਲਬ ਕਿ ਨਾਲ ਹੀ ਰਿਹਾ। ਠੀਕ ਹੈ, ਅੰਦਰ CPI ਦੇ। ਠੀਕ ਹੈ, ਅਤੇ ਕੀ ਸੀ, ਮੂਵ ਟੂਵਰਡਸ ਕਲੋਜ਼ਰ ਟਾਈਸ ਵਿਦ ਦੀ ਕਾਂਗਰਸ। ਠੀਕ ਹੈ, ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਦੇ ਹਾਂ।